ਇਸ ਵੇਲੇ ਸੰਗਤ ਟੀਵੀ ਤੇ ਰੀਬੂਟ ਪੰਜਾਬ ਥਰੂ ਵੈਲਿਊ ਬੇਸਡ ਐਜੂਕੇਸ਼ਨ ਦਾ ਅੱਜ ਦਾ ਐਪੀਸੋਡ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ, ਸਤਿਕਾਰ ਤੇ ਅਦਬ ਸਹਿਤ ਸਤਿ ਸ਼੍ਰੀ ਅਕਾਲ। ਮੈਂ ਹਾਂ ਤੁਹਾਡਾ ਆਪਣਾ ਪੇਸ਼ਕਾਰ ਬੱਬਲ ਮਟੌਰ। ਦੋਸਤੋ, ਅਸੀਂ ਇਹ ਐਪੀਸੋਡ ਅੱਜ ਦੀ ਤਾਰੀਖ ਦੇ ਵਿੱਚ ਬਾਬਾ ਇਕਬਾਲ ਸਿੰਘ ਜੀ ਬੜੂ ਸਾਹਿਬ ਵਾਲਿਆਂ ਵੱਲੋਂ ਚਲਾਏ ਜਾ ਰਹੇ ਵਿਦਿਅਕ ਅਦਾਰਿਆਂ ਦੇ ਵਿੱਚ ਤੁਹਾਡਾ ਯੋਗਦਾਨ ਪਾਉਣ ਦੇ ਲਈ ਕਰਦੇ ਹਾਂ, ਤਾਂ ਜੋ ਸਾਡੇ ਸਮਾਜ ਦੇ ਵਿੱਚ ਕੋਈ ਵੀ ਬੱਚਾ ਵਿਦਿਆ ਤੋਂ ਵਾਂਝਾ ਨਾ ਰਹਿ ਸਕੇ। ਦੋਸਤੋ, ਕੁਝ ਮਿਲਦਾ ਕਰਕੇ ਮਿਹਨਤ ਨਾਲ, ਕੁਝ ਮਿਲਦਾ ਕਰਕੇ ਮਿਹਨਤ ਨਾਲ, ਕੁਝ ਦੁਆਵਾਂ ਨਾਲ ਵੀ ਮਿਲਦਾ ਏ। ਕੁਝ ਮਿਲਦਾ ਕਰਕੇ ਮਿਹਨਤ ਨਾਲ, ਕੁਝ ਦੁਆਵਾਂ ਨਾਲ ਵੀ ਮਿਲਦਾ ਏ, ਪਰ ਉਹਦੀ ਕੀਮਤ ਕੋਈ ਨਹੀਂ ਜੋ ਗੁਰਪ੍ਰਸਾਦ ਨਾਲ ਮਿਲਦਾ ਏ। ਜੋ ਸ਼ਰਧਾ ਤਾਲਾ ਖੋਲਦੀ ਹੈ, ਜੋ ਸ਼ਰਧਾ ਤਾਲਾ ਖੋਲਦੀ ਹੈ, ਉਹ ਚਾਬੀ ਨਾਲ ਨਾ ਖੁੱਲਦਾ ਏ। ਜੋ ਸੁਪਨੇ ਵਿੱਚ ਵੀ ਸੋਚਿਆ ਨਹੀਂ, ਉਹ ਗੁਰਪ੍ਰਸਾਦ ਨਾਲ ਮਿਲਦਾ ਏ, ਉਹ ਗੁਰਪ੍ਰਸਾਦ ਨਾਲ ਮਿਲਦਾ ਏ। ਦੋਸਤੋ, ਇੱਥੋਂ ਹੀ ਅੱਜ ਦੇ ਐਪੀਸੋਡ ਦੀ ਸ਼ੁਰੂਆਤ ਕਰਨਾ ਚਾਹਾਂਗਾ ਤੇ ਸਭ ਤੋਂ ਪਹਿਲਾਂ ਮੈਂ ਸਵਾਗਤ ਕਰਦਾ ਹਾਂ ਸਰਦਾਰ ਰਣਬੀਰ ਸਿੰਘ ਜੀ ਅਟਵਾਲ ਦੇ ਨਾਲ ਗਿਆਨੀ ਨਰਿੰਦਰ ਸਿੰਘ ਜੀ ਦਾ। ਬਹੁਤ ਬਹੁਤ ਸਵਾਗਤ ਹੈ ਜੀ ਅੱਜ ਦੇ ਐਪੀਸੋਡ ਦੇ ਵਿੱਚ, ਤੇ ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਤੁਸੀਂ ਸਾਡੇ ਨਾਲ ਜੁੜੇ ਹੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਐਪੀਸੋਡ ਸਾਡਾ ਹੈ ਜੀ, ਜੋ ਸ਼ੁਰੂਆਤ ਕੀਤੀ ਹੈ, ਜੋ ਅਸੀਂ ਸੀਰੀਜ਼ ਹੈ, ਉਹਦੇ ਵਿੱਚ ਗੁਰਪ੍ਰਸਾਦ ਕਹਿ ਲਓ ਵੀ ਇੱਕ ਜੋ ਸਾਡੇ ਮੂਲ ਮੰਤਰ ਦਾ ਲਫ਼ਜ਼ ਹੈ, ਵੱਡਮੁੱਲਾ ਲਫ਼ਜ਼ ਹੈ। ਯਾਨੀ ਜੀ, ਸਭ ਤੋਂ ਪਹਿਲਾਂ ਸ਼ੁਰੂਆਤ ਦੇ ਵਿੱਚ ਚਾਹਾਂਗਾ ਕਿ ਤੁਸੀਂ ਗੁਰਪ੍ਰਸਾਦ ਜੋ ਲਫ਼ਜ਼ ਹੈ ਉਹਦੇ ਤੇ ਜ਼ਰੂਰ ਰੋਸ਼ਨੀ ਪਾਓ। ਮੇਰੇ ਬਹੁਤ ਹੀ ਸਤਿਕਾਰਯੋਗ ਅਟਵਾਲ ਜੀ, ਮਠੌਰ ਜੀ ਅਤੇ ਦਰਸ਼ਕ ਜਨਮ, ਗੁਰੂ ਪਾਤਸ਼ਾਹ ਦੀ ਬਾਣੀ ਜੋ ਹਰ ਸਮੇਂ ਹਰ ਜੀਵ ਤੇ ਰਹਿਮਤਾਂ ਬਰਸਾਉਂਦੀ ਹੈ, ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਰਹਿਮਤ ਦਾ ਪ੍ਰਸ਼ਾਦ ਸਭ ਨੂੰ ਮਿਲੇ। ਰਹਿਮਤਾਂ ਵਰਸਦੀਆਂ ਨੇ ਪਰਮਾਤਮਾ ਤੋਂ, ਤੇ ਵਰਤਾਉਣ ਵਾਲੇ ਕੌਣ ਨੇ? ਸੰਤ ਜਨ, ਜਿਨ੍ਹਾਂ ਨੇ ਆਪਣੇ ਜੀਵਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਲੇਖੇ ਵਿੱਚ ਲਾਏ ਹੋਏ ਨੇ। ਕਬੀਰ ਸੇਵਾ ਕੋ ਦੋਇ ਭਲੇ, ਇੱਕ ਸੰਤ ਇੱਕ ਰਾਮ। ਰਾਮ ਜੋ ਦਾਤਾ ਮੁਕਤ ਕੋ, ਸੰਤ ਜੋ ਪਾਵੈ ਨਾਮ। ਆਓ ਤਾਂ ਸਤਿਗੁਰੂ ਨਾਨਕ ਪਾਤਸ਼ਾਹ ਨੇ ਜੋ ਮੂਲ ਮੰਤਰ ਦੇ ਵਿੱਚ ਪਰਮਾਤਮਾ ਦੀ ਰੂਪ ਰੇਖਾ ਸਾਡੇ ਸਾਹਮਣੇ ਰੱਖੀ ਹੈ ਕਿ ਪਰਮਾਤਮਾ ਜੋ ਜੂਨਾਂ ਵਿੱਚ ਨਹੀਂ ਹੁੰਦਾ, ਅਜੂਨੀ ਹੈ। ਸੈਭੰ ਭਾਵ ਕਿ ਉਸ ਨੂੰ ਪੈਦਾ ਕਰਨ ਵਾਲਾ ਕੋਈ ਨਹੀਂ ਹੈ। ਉਹ ਸਦੀਵੀ ਸ਼ਕਤੀ ਹੈ, ਪਰਮ ਸ਼ਕਤੀ ਹੈ, ਔਰ ਉਹ ਕਦੇ ਵੀ ਸਮਾਪਤ ਹੋਣ ਵਾਲੀ ਨਹੀਂ ਹੈ। ਤੇ ਉਸ ਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ? ਗੁਰ ਪ੍ਰਸਾਦ। ਗੁਰ ਦਾ ਭਾਵ ਹੈ ਢੰਗ, ਤਰੀਕਾ, ਮੈਥਡ ਜਾਂ ਸਿਸਟਮ। ਜੋ ਮਰਜ਼ਾਦਾ ਹੈ, ਉਹ ਸਤਿਗੁਰੂ ਨੇ ਮਰਜ਼ਾਦਾ ਬਣਾਈ ਹੈ ਕਿ ਇਸ ਢੰਗ ਦੇ ਨਾਲ ਆਪਾਂ ਪ੍ਰਭੂ ਪਰਮਾਤਮਾ ਤੋਂ ਇਹ ਕਿਰਪਾ ਹਾਸਲ ਕਰ ਸਕਦੇ ਹਾਂ। ਇਸ ਕਰਕੇ ਗੁਰੂ ਪਾਤਸ਼ਾਹ ਦੀ ਬਾਣੀ ਆਮ ਮਨੁੱਖ ਪੜ੍ਹਦੇ ਲਵੇਗਾ, ਪਰ ਵਿਚਾਰਨ ਵਾਲੇ ਵੀ ਬਹੁਤ ਨੇ, ਕਥਾ ਕਰਨ ਵਾਲੇ ਵੀ ਬਹੁਤ ਨੇ, ਪਰ ਇਸ ਬਾਣੀ ਨੂੰ ਪ੍ਰੈਕਟੀਕਲ ਆਪਣੇ ਜੀਵਨ ਵਿੱਚ ਉਤਾਰਨ ਵਾਲੇ ਉਹ ਤੇ ਫਿਰ ਸੰਸਾਰ ਤੇ ਕੋਈ ਨੇ। ਜਿਨ੍ਹਾਂ ਦੇ ਕੋਲ ਦ੍ਰਿਸ਼ਟੀ ਹੈ, ਉਹਨਾਂ ਨੂੰ ਪਤਾ ਲੱਗਦਾ ਹੈ ਕਿ ਸਤਿਕਾਰਯੋਗ ਬਾਬਾ ਇਕਬਾਲ ਸਿੰਘ ਜੀ ਬੜੂ ਸਾਹਿਬ ਵਾਲੇ ਜੋ ਪ੍ਰੈਕਟੀਕਲ ਆਪਣੇ ਜੀਵਨ ਨੂੰ ਇੱਕ ਵੱਡੀ ਪੱਧਰ ਤੇ ਮਨੁੱਖਤਾ ਦੇ ਭਲੇ ਵਾਸਤੇ ਜੋ ਆਪਣਾ ਜੀਵਨ ਨਿਸ਼ਾਵਰ ਕਰ ਰਹੇ ਨੇ। ਸੰਗਤ ਨੂੰ ਸਾਹਮਣੇ ਦੇਖਦਿਆਂ ਹੋਇਆਂ ਵੀ ਇਗਨੋਰ ਨਹੀਂ ਕਰਨਾ ਚਾਹੀਦਾ। ਸਾਨੂੰ ਜੁੜਨਾ ਚਾਹੀਦਾ ਹੈ ਉਹਨਾਂ ਦੇ ਨਾਲ। ਉਹਨਾਂ ਦੇ ਜੀਵਨ ਦੇ ਵਿੱਚ ਜਿਸ ਢੰਗ ਦੇ ਨਾਲ ਵੀ ਪ੍ਰਾਪਤੀ ਹੋ ਰਹੀ ਹੈ, ਜਾਂ ਉਹ ਬੱਚਿਆਂ ਨੂੰ ਵਿਦਿਆ ਸਿਖਾ ਰਹੇ ਨੇ ਜਾਂ ਗੁਰੂ ਦੇ ਨਾਲ ਜੋੜ ਰਹੇ ਨੇ, ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੋ। ਇੱਕ ਸੰਸਾਰਕ ਤੌਰ ਤੇ ਵੱਡੇ ਪੱਧਰ ਤੇ ਸੇਵਾ ਨਿਭਾਈ ਜਾ ਰਹੀ ਹੈ, ਔਰ ਸੇਵਾ ਕਰਨ ਵਾਲੇ ਉਹਨਾਂ ਤੇ ਆਟੋਮੈਟਿਕਲੀ ਕਿਰਪਾ ਵਰਸ ਜਾਂਦੀ ਹੈ।
ਕਿਰਪਾ ਕਰੇ ਜਿਸ ਪਾਰ ਬ੍ਰਹਮ ਪਰਮੇਸ਼ਰ, ਉਹ ਵਾਹਿਗੁਰੂ ਜਿਸ ਦੀ ਸ਼ਕਤੀ ਦੇ ਨਾਲ ਸੰਸਾਰ ਹੋਂਦ ਵਿੱਚ ਆਇਆ ਹੈ। ਕਿਰਪਾ ਕਰੇ ਜਿਸ ਪਾਰ ਬ੍ਰਹਮ, ਤਾਂ ਹੋਵੇ ਸਾਧੂ ਸੰਗ, ਤਾਂ ਇਹੋ ਜਿਹੇ ਸੰਤਾਂ ਦੇ ਨਾਲ ਮਿਲਾਪ ਹੁੰਦਾ ਹੈ, ਜਿਹੜੇ ਸੰਤ ਆਪਣੇ ਜੀਵਨ ਵਿੱਚ ਜਿੱਥੇ ਬਈਏ ਭਲਾ ਕਹੀਏ ਭਲਾ ਹੀ ਕਰਦੇ ਨੇ, ਔਰ ਉਹਨਾਂ ਦਾ ਨਜ਼ਰੀਆ ਵੱਧ ਤੋਂ ਵੱਧ ਦੁਨੀਆ ਦਾ ਭਲਾ ਹੋਵੇ। ਜੋ ਕਿਰਪਾ ਕਰੇ ਜਿਸ ਪਾਰ ਬ੍ਰਹਮ, ਤਾਂ ਹੋਵੇ ਸਾਧੂ ਸੰਗ, ਜਿਉਂ-ਜਿਉਂ ਉਹ ਵਧਾਈਏ ਤਿਉਂ-ਤਿਉਂ ਹਰਸਿਓ ਰੰਗ। ਜਿਵੇਂ-ਜਿਵੇਂ ਕਿਸੇ ਸੰਸਥਾ ਦੀ ਜੋ ਸੱਚਾਈ ਹੈ ਉਹ ਪਤਾ ਲੱਗਦਾ ਹੈ, ਉਹ ਪ੍ਰਫੁੱਲਤ ਹੁੰਦੀ ਹੈ, ਤੇ ਇਸ ਦੀ ਪ੍ਰਫੁੱਲਤਾ ਵਾਸਤੇ ਸਾਨੂੰ ਚਾਹੀਦਾ ਹੈ ਕਿ ਅਸੀਂ ਵੀ ਆਪਣਾ ਜੀਵਨ ਪਰਉਪਕਾਰੀ ਬਣਾਈਏ। ਪ੍ਰਭੂ ਕੋ ਸਿਮਰੇ ਸੇ ਪਰਉਪਕਾਰੀ। ਦੇ ਜੀਵਨ ਵਿੱਚ ਪਰਉਪਕਾਰੀ ਕੋਈ ਨਹੀਂ, ਕਿਸੇ ਦੀ ਲੋੜ ਹੀ ਪੂਰੀ ਨਾ ਕੀਤੀ, ਕਿਸੇ ਦੁਖੀ ਦਾ ਦਰਦ ਨਹੀਂ ਵੰਡਾਇਆ, ਫਿਰ ਕਾਹਦਾ ਜੀਵਨ ਹੈ। ਇਸ ਕਰਕੇ ਮਹਾਂਪੁਰਖ ਸੰਸਾਰ ਤੇ ਪ੍ਰਮਾਤਮਾ ਦੇ ਭੇਜੇ ਹੋਏ ਹੁੰਦੇ ਨੇ, ਤੇ ਆਣ ਕੇ ਉਹਨਾਂ ਦਾ ਕੰਮ ਹੁੰਦਾ ਪਰ ਉਪਕਾਰ ਕਰਨਾ। ਜਨਮ ਮਰਨ ਦੋਹੋਂ में नाही, ਜਨ ਪਰ ਉਪਕਾਰੀ ਆਏ। ਇਸ ਕਰਕੇ ਜਿਤਨੇ ਵੀ ਦਰਸ਼ਕ ਜਨ ਜੁੜੇ ਨੇ, ਆਓ ਗੁਰ ਪ੍ਰਸਾਦ ਇਹ ਹਰ ਸਮੇਂ ਵਰਸਦਾ ਹੈ। ਇਹ ਨਹੀਂ ਕਿ ਸਵੇਰੇ ਵਰਸ ਗਿਆ ਜਾਂ ਸ਼ਾਮ ਨੂੰ ਵਰਸ ਗਿਆ ਜਾਂ ਦਿਨੇ ਜਾਂ ਰਾਤ, ਨਹੀਂ, ਹਰ ਸਮੇਂ ਵਰਸਦਾ ਹੈ। ਜਦੋਂ ਮਰਜੀ ਆਪਾਂ ਉਸਦੇ ਸਿਮਰਨ ਤੇ ਬੈਠ ਜਾਈਏ, ਕਿਰਪਾ ਵਰਸ ਜਾਂਦੀ ਹੈ। ਜਦੋਂ ਮਰਜੀ ਆਪਾਂ ਸੇਵਾ ਕਰੀਏ, ਉਸ ਦੀ ਰਹਿਮਤ ਹਮੇਸ਼ਾ ਵਰਸਦੀ ਹੈ। ਇਸ ਕਰਕੇ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਅਸੀਂ ਆਪਣੇ ਜੀਵਨ ਵਿੱਚ ਤਰੱਕੀ ਤਾਂ ਹੀ ਕਰ ਸਕਦੇ ਹਾਂ ਜੇ ਗੁਰੂ ਦੇ ਨਾਲ ਪੂਰਨ ਤੌਰ ਤੇ ਜੁੜੀਏ। ਅਸੀਂ ਜਦੋਂ ਜੁੜਦੇ ਹਾਂ, ਕਈ ਵਾਰ ਐਸਾ ਹੁੰਦਾ ਹੈ ਕਿ ਚਲੋ ਦੁਨੀਆ ਤੁਰੀ ਜਾ ਰਹੀ ਹੈ ਤੇ ਅਸੀਂ ਵੀ ਚਲੀਏ। ਨਹੀਂ, ਅਸੀਂ ਗੁਰੂ ਤੇ ਦ੍ਰਿੜ ਨਿਸ਼ਚਾ ਰੱਖ ਕੇ ਚੱਲਣਾ ਹੈ। ਵਿਸ਼ਵਾਸ ਹੋਣਾ ਚਾਹੀਦਾ ਹੈ। ਵਿਸ਼ਵਾਸ ਇਹ ਸੰਤ ਜਨ, ਸਾਡਾ ਵਿਸ਼ਵਾਸ ਗੁਰੂ ਤੇ ਪੂਰਾ ਵਿਸ਼ਵਾਸ, ਜਾਂ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ। ਕਹਿੰਦੇ ਉਸੇ ਵੇਲੇ ਪ੍ਰਭੂ ਦੀ ਰਹਿਮਤ ਉਤਰ ਜਾਂਦੀ ਹੈ, ਤੇ ਉਹ ਇਨਸਾਨ ਆਪਣਾ ਸਚਿਆਰ ਜੀਵਨ ਬਣਾ ਕੇ ਆਪਣੇ ਜੀਵਨ ਵਿੱਚ ਤਰੱਕੀ ਕਰਦਾ ਹੈ। ਇਸ ਕਰਕੇ ਸੰਗਤ ਨੂੰ ਇਹ ਬੇਨਤੀ ਹੈ ਕਿ ਆਓ ਸੰਤ ਬਾਬਾ ਜੀ ਇਕਬਾਲ ਸਿੰਘ ਜੀ ਬੜੂ ਸਾਹਿਬ ਵਾਲੇ, ਜੋ ਦਿਨ ਰਾਤ ਮਿਹਨਤ ਕਰਕੇ ਦੁਨੀਆ ਨੂੰ ਇੱਕ ਸੱਚ ਦਾ ਮਾਰਗ ਸਚਿਆਰ ਹੋ ਕੇ ਪ੍ਰਫੁੱਲਤ ਹੋ ਕੇ ਚੱਲਣ ਵਾਸਤੇ ਉਪਦੇਸ਼ ਦਿੰਦੇ ਨੇ ਔਰ ਸੰਘਰਸ਼ ਕਰਦੇ ਨੇ। ਸਾਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਹੈ। ਜਿਨ੍ਹਾਂ ਨੇ ਸਾਥ ਦਿੱਤਾ, ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਉਹਨਾਂ ਤੇ ਬਰਸ ਪੈਂਦੀ ਹੈ। ਜੀ ਬਿਲਕੁਲ ਗਿਆਨੀ ਜੀ, ਬਹੁਤ ਬਹੁਤ ਧੰਨਵਾਦ ਜੀ। ਤੁਸੀਂ ਜਿਸ ਤਰ੍ਹਾਂ ਇਸ ਲਫ਼ਜ਼ ਨੂੰ ਖੋਲਿਆ, ਵਿਦ ਐਗਜ਼ਾਮਪਲ ਖੋਲਿਆ, ਇੱਕ ਲਾਈਵ ਜਾਂ ਪ੍ਰੈਕਟੀਕਲ ਐਗਜ਼ਾਮਪਲ ਸਾਨੂੰ ਤੇ ਸਾਡੇ ਦਰਸ਼ਕਾਂ ਦੇ ਅੱਗੇ ਰੱਖੀ ਹੈ। ਤੁਸੀਂ ਸਾਡੇ ਖਿਆਲਾਂ ਨੂੰ ਇੱਕ ਅਗੰਮੀ ਸੈਰ ਕਰਾਈ ਹੈ। ਬੜੀ ਕਹਿ ਲਓ ਮਲਟੀ ਡਾਇਮੈਂਸ਼ਨਲ ਤੁਸੀਂ ਐਗਜ਼ਾਮਪਲ ਦਿੱਤੀ ਹੈ, ਤੇ ਇਹਦੇ ਅਰਥ ਖੋਲੇ ਹੈਗੇ ਨੇ, ਜਿਹਦੇ ਨਾਲ ਸਾਡੀ ਸੋਚ ਨੇ ਪਤਾ ਹੀ ਨਹੀਂ ਕਿੱਥੇ ਕਿੱਥੇ ਜਾ ਕੇ ਸੈਰ ਕੀਤੀ। ਤੇ ਜਿਨ੍ਹਾਂ ਨੇ ਅੱਗੇ ਸੁਣੀ ਹੋਏਗੀ ਤੁਹਾਡੀ ਇਹ ਵਿਆਖਿਆ, ਉਹਨਾਂ ਦੇ ਖਿਆਲਾਂ ਨੇ ਪਤਾ ਨਹੀਂ ਕਿੱਥੇ ਕਿੱਥੇ ਸੈਰ ਕੀਤੀ ਹੋਏਗੀ। ਖੈਰ, ਇਹ ਲਫ਼ਜ਼ ਹੀ ਇਸ ਤਰ੍ਹਾਂ ਦੇ ਹੈਗੇ ਨੇ ਜਿਹਦੀ ਕੰਪਲੀਟ ਵਿਆਖਿਆ ਤੇ ਕਦੇ ਹੋ ਹੀ ਨਹੀਂ ਸਕਦੀ, ਬਟ ਫਿਰ ਵੀ ਤੁਸੀਂ ਬੜੇ ਹੀ ਅਨਮੋਲ ਰਤਨ ਸਾਡੀ ਸੋਚ ਦੀ ਜਿਹੜੀ ਝੋਲੀ ਹੈ ਉਹਦੇ ਵਿੱਚ ਪਾਏ ਨੇ। ਅਟਵਾਲ ਸਾਹਿਬ, ਤੁਹਾਡੇ ਵੱਲ ਆਉਣਾ ਚਾਹਾਂਗਾ ਕਿ ਜਿਸ ਤਰ੍ਹਾਂ ਗਿਆਨੀ ਜੀ ਨੇ ਇਹ ਲਫ਼ਜ਼ ਖੋਲ ਕੇ ਸਾਡੇ ਅੱਗੇ ਰੱਖਿਆ, ਵੈਲਿਊਜ਼ ਸਾਡੇ ਅੱਗੇ ਰੱਖੀ ਹੈਗੀ ਹੈ, ਨਾਲ ਉਹਨਾਂ ਨੇ ਇੱਕ ਐਗਜ਼ਾਮਪਲ ਦਿੱਤੀ ਹੈਗੀ ਹੈ ਬਾਬਾ ਇਕਬਾਲ ਸਿੰਘ ਜੀ ਦੀ। ਤੁਸੀਂ ਕਿਸ ਤਰ੍ਹਾਂ ਦੇਖਦੇ ਹੋ, ਜੇਕਰ ਇਹ ਇੰਨੀ ਵੱਡੀ ਵੈਲਿਊ ਹੈਗੀ ਹੈ ਤੇ ਇਹ ਗਿਆਨੀ ਜੀ ਦੇ ਦਿਮਾਗ ਦੇ ਵਿੱਚ ਦੇਖੋ ਐਗਜ਼ਾਮਪਲ ਬਾਬਾ ਇਕਬਾਲ ਸਿੰਘ ਜੀ ਦੀ ਆਈ ਹੈਗੀ ਹੈ, ਤਾਂ ਤੁਹਾਨੂੰ ਕੀ ਲੱਗਦਾ ਕਿ ਜੇ ਨੋਰਮਲ ਜੋ ਐਜੂਕੇਸ਼ਨ ਸਿਸਟਮ ਹੈ, ਜੇਕਰ ਇਹ ਇੰਨੀ ਇੰਪੋਰਟੈਂਟ ਵੈਲਿਊ ਹੈਗੀ ਹੈ, ਤਾਂ ਨੋਰਮਲ ਐਜੂਕੇਸ਼ਨ ਸਿਸਟਮ ਤਾਂ ਇਸ ਤੋਂ ਬਿਨਾਂ ਬਿਲਕੁਲ ਇਨਕੰਪਲੀਟ ਰਿਹਾ ਫਿਰ? ਥੈਂਕ ਯੂ ਬੱਬਲ ਸਾਹਿਬ। ਤੇ ਗਿਆਨੀ ਜੀ ਬਿਲਕੁਲ ਬੜਾ ਵਿਸਥਾਰ ਦੇ ਵਿੱਚ ਇੱਕ ਐਸਾ ਖਜ਼ਾਨਾ ਸੰਗਤਾਂ ਅੱਗੇ ਖੋਲ੍ਹਿਆ ਹੈ, ਜਿਹੜਾ ਤੁਸੀਂ ਆਪਣੀ ਕਵਿਤਾ 'ਚ ਵੀ ਕਿਹਾ ਕਿ ਕੁਛ ਇਸ ਤਰ੍ਹਾਂ ਦੇ ਤਾਲੇ ਹੁੰਦੇ ਜੋ ਚਾਬੀ ਨਾਲ ਨਹੀਂ ਖੁੱਲ੍ਹਦੇ, ਜਿਨ੍ਹਾਂ ਵਾਸਤੇ ਗੁਰੂ ਦੀ ਮਿਹਰ
ਤੇ ਗੁਰੂ ਦੀ ਨਜ਼ਰ ਤੇ ਗੁਰੂ ਦਾ ਹੱਥ ਬਖਸ਼ਿਸ਼ ਹੋਣੀ ਬਹੁਤ ਜ਼ਰੂਰੀ ਹੈ। ਸੋ ਇਸੀ ਸੰਦਰਭ ਦੇ ਵਿੱਚ ਬਾਬਾ ਇਕਬਾਲ ਸਿੰਘ ਜੀ ਦਾ ਜ਼ਿਕਰ ਹੋਇਆ ਤੇ ਮੈਂ ਦੱਸਦਾ ਜਾਵਾਂ ਕਿ ਕਈ ਵਾਰੀ ਬਾਬਾ ਜੀ ਨਾਲ ਸੰਗਤ ਹੋਈ ਤਾਂ ਹਾਸੇ ਮਜ਼ਾਕ ਦੇ ਵਿੱਚ ਉਹ ਗੱਲਾਂ ਕਰਦੇ ਸੀ ਵੀ ਅੱਜ ਕੱਲ੍ਹ ਤੇ ਬਾਬਾ ਨਾਂ ਹੀ ਇੰਨਾ ਬਦਨਾਮ ਕਰ ਦਿੱਤਾ। ਸਾਰਿਆਂ ਨੇ ਰਲ ਮਿਲ ਕੇ ਵਿੱਚ ਹੀ ਕੁਝ ਸੰਗਤਾਂ ਕਿ ਜਿਸ ਤਰ੍ਹਾਂ ਵਿੱਚ ਕੁਛ ਡੇਰਾਬਾਦ ਜਾਂ ਬਾਬਿਆਂ ਦਾ ਉਹ ਗੁਰੂ ਬਾਬਾ ਜੀ ਆਪਣੇ ਨਾਂ ਦੇ ਨਾਲ ਨਾ ਆਪਣੀ ਕੁਆਲੀਫਿਕੇਸ਼ਨ ਨੂੰ ਛੱਡ ਕੇ ਉਹ ਲਿਖਦੇ ਸੀਗੇ ਇਕਬਾਲ ਸਿੰਘ ਬ੍ਰੈਕਟ ਦੇ ਵਿੱਚ ਬਾਬਾ। ਤੇ ਉਹ ਇਹ ਇੱਕ ਪਾਸੇ ਤਾਂ ਇਹ ਨਾਂ ਇੰਨਾ ਬਦਨਾਮ ਹੋਇਆ, ਦੂਸਰੇ ਪਾਸੇ ਉਹਨੇ ਬਿਲਕੁਲ ਸੰਗਤਾਂ ਨੂੰ ਬਿਲਕੁਲ ਕਲੀਅਰ ਕਰ ਦਿੱਤਾ ਕਿ ਭਾਈ ਮੇਰੇ ਕੋਲ ਕੁਛ ਨਹੀਂ, ਜਿੱਥੋਂ ਮੈਨੂੰ ਸਭ ਕੁਛ ਮਿਲਿਆ ਉੱਥੇ ਹੀ ਜਾ ਕੇ ਮੱਥਾ ਟੇਕੋ, ਉੱਥੋਂ ਹੀ ਤੁਹਾਨੂੰ ਸਭ ਕੁਛ ਮਿਲਣਾ। ਸੋ ਦੁਨੀਆ ਦੇ ਵਿੱਚ ਇਸ ਤਰ੍ਹਾਂ ਦੇ ਵੀ ਬਾਬੇ ਨੇ ਜਿਹੜੇ ਤੁਹਾਨੂੰ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਦੇ ਨੇ। ਇਹ ਇੱਕ ਬਹੁਤ ਹੀ ਵਿਲੱਖਣ ਗੁਣ ਹੈ ਸੰਸਥਾ ਦਾ, ਦ ਕਲਗੀਧਰ ਟਰੱਸਟ, ਜਿਨ੍ਹਾਂ ਨੇ ਵਾਕਿਆ ਹੀ ਇਹ ਉਹ ਤਾਲੇ ਜਿਹੜੇ ਬਿਨਾਂ ਚਾਬੀਆਂ ਤੋਂ ਖੁੱਲ੍ਹਦੇ ਨੇ, ਜਿਹਦੇ ਵਿੱਚ ਗੁਰਪ੍ਰਸਾਦ ਦਾ ਅੱਜ ਸਾਡਾ ਟੌਪਿਕ ਹੈ ਕਿ ਜਿਸ ਤਰ੍ਹਾਂ ਅਸੀਂ ਪਿਛਲੇ ਕਈ ਹਫ਼ਤਿਆਂ ਤੋਂ ਗੱਲ ਕਰਦੇ ਆ ਰਹੇ ਹਾਂ, ਇੱਕ ਓਂਕਾਰ ਮੂਲ ਮੰਤਰ ਦੀ ਗੱਲ ਕੀਤੀ ਹੈ, ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਸੋ ਪਹਿਲਾਂ ਪ੍ਰਮਾਤਮਾ ਦੇ ਸਾਰੇ ਗੁਣਾਂ ਦਾ ਜ਼ਿਕਰ ਕਰਕੇ ਕਿ ਉਸ ਪੂਰੇ ਯੂਨੀਵਰਸ ਦਾ ਕ੍ਰੀਏਟਰ ਹੈ ਤੇ ਉਹ ਮਿਲਦਾ ਕਿਸ ਤਰ੍ਹਾਂ ਹੈ, ਜੋ ਮਿਲਦਾ ਹੈ ਉਹ ਦੇਖੋ ਸਾਡੇ ਮੋਸਟਲੀ ਤੇ ਗੁਰਬਾਣੀ ਵੀ ਦੱਸਦੀ ਹੈ ਕਿ ਹੈਨ ਵਿਰਲੇ ਨਾਹੀ ਘਣੇ ਫੈਲ ਫੱਕਰ ਸੰਸਾਰ ਕੇ ਸਾਰਿਆਂ ਦੀ ਅਕਲ ਦੇ ਉੱਤੇ ਮੈਨੂੰ ਲੱਗਦਾ ਇਸ ਦੁਨੀਆ 'ਚ ਆਉਂਦੇ ਤਾਲਾ ਲੱਗ ਜਾਂਦਾ। ਤੇ ਉਹ ਤਾਲਾ ਜਿਹੜਾ ਹੈ ਕਿ ਗੁਰਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਹੀ ਖੁੱਲ੍ਹਦਾ ਹੈ। ਪਰ ਇਹ ਹੁਣ ਇਹ ਨੇ ਵੀ ਗੁਰੂ ਦੇ ਕੋਲ ਨਾ ਕੋਈ ਵਿਤਕਰਾ ਹੈ, ਨਾ ਕੋਈ ਵੈਰ ਹੈ, ਨਾ ਕਿਸੇ ਦਾ ਵਿਰੋਧ ਹੈ, ਨਾ ਕਿਸੇ ਦੇ ਰਾਹ 'ਚ ਕੋਈ ਰੋੜਾ ਬਣਨ ਦਾ ਵਿਚਾਰ ਹੈ। ਗੁਰੂ ਤੇ ਇੱਕ ਕਿਰਪਾ ਤੇ ਦਿਆਲੂ ਦੀ ਇੱਕ ਐਗਜ਼ਾਮਪਲ ਹੈ, ਮੂਰਤ ਹੈ। ਸੋ ਜੇ ਅਸੀਂ ਆਪਣੇ ਦਿਲੋਂ ਗੁਰੂ ਦੇ ਨਾਲ ਪਿਆਰ ਕਰਾਂਗੇ, ਦਿਲੋਂ ਅਸੀਂ ਉਹ ਸ਼ਰਧਾ ਵਿਸ਼ਵਾਸ ਗੁਰੂ ਦੇ ਵਿੱਚ ਗੁਰਬਾਣੀ ਦੇ ਵਿੱਚ ਅਸੀਂ ਜੇ ਸ਼ੋਅ ਕਰਾਂਗੇ, ਸੋ ਉੱਡਾ ਹੀ ਵੱਡਾ ਸਾਨੂੰ ਜਿੱਡੀ ਵੱਡੀ ਸਾਡੀ ਪਿਆਰ, ਜਿੱਡਾ ਵੱਡਾ ਸਾਡੀ ਸ਼ਰਧਾ ਵਿਸ਼ਵਾਸ, ਉੱਡਾ ਹੀ ਵੱਡਾ ਸਾਨੂੰ ਫਲ ਮਿਲੇਗਾ। ਸੋ ਇਹ ਜਿਹੜਾ ਕਨਸੈਪਟ ਹੈ ਕਿ ਅਸੀਂ ਪ੍ਰਮਾਤਮਾ ਦੇ ਇੰਨੇ ਗੁਣ ਅਸੀਂ ਗਿਣਾ ਦਿੱਤੇ ਹਾਂ, ਉਹਨਾਂ ਦੇ ਵਿੱਚ ਅਭੇਦ ਹੋਣਾ, ਪ੍ਰਮਾਤਮਾ ਦੇ ਨਾਲ ਮਿਲਣਾ, ਮੁਕਤੀ ਦਾ ਜੋ ਮਾਰਗ ਹੈ ਉਹ ਗੁਰਪ੍ਰਸਾਦ ਤੋਂ ਬਿਨਾਂ, ਗੁਰੂ ਤੋਂ ਬਿਨਾਂ ਮੁਕਤੀ ਨਹੀਂ ਹੋ ਸਕਦੀ। ਗੁਰੂ ਹੀ ਇੱਕ ਐਸਾ ਲਿੰਕ ਹੈ ਜੋ ਇੱਕ ਆਮ ਇਨਸਾਨ ਤੇ ਪ੍ਰਮਾਤਮਾ ਦੇ ਵਿੱਚ ਦਾ ਇੱਕ ਲਿੰਕ ਹੈ। ਤੇ ਜਦੋਂ ਇਹ ਰਿਲੇਸ਼ਨਸ਼ਿਪ ਜਦੋਂ ਬਿਲਡ ਅਪ ਹੋ ਜਾਂਦਾ ਤੇ ਜਿਹੜਾ ਇੱਕ ਚੇਲਾ ਗੁਰੂ ਤੇ ਪ੍ਰਮਾਤਮਾ ਇਹਨਾਂ ਦੇ ਵਿੱਚ ਭੇਦ ਵੀ ਕੁਛ ਨਹੀਂ ਰਹੀ ਜਾਂਦਾ, ਫਿਰ ਸਾਰੇ ਇੱਕੋ ਜੋਤ ਦਾ ਜਦੋਂ ਅਹਿਸਾਸ ਹੋ ਜਾਂਦਾ ਤੇ ਉਹਦੇ ਵਿੱਚ ਹੀ ਸਾਰੇ ਮਿਲ ਜਾਂਦੇ ਆ। ਪਰ ਇਹ ਕਨਸੈਪਟ ਐਡਾ ਵੱਡਾ ਹੈ ਕਿ ਗੁਰਬਾਣੀ ਦਾ ਹੀ ਮੈਂ ਇੱਕ ਉਦਾਹਰਣ ਇਹਦੇ 'ਚ ਦਿੰਦਾ ਹਾਂ ਕਿ ਨਾਨਕ ਸਤਿਗੁਰ ਭੇਟੀਏ ਪੂਰੀ ਹੋਵੇ ਜੁਗਤ, ਨਾਨਕ ਸਤਿਗੁਰ ਭੇਟੀਏ ਪੂਰੀ ਹੋਵੇ ਜੁਗਤ, ਹਸੰਦਿਆਂ ਖਲੰਦਿਆਂ ਪਹਿਨੰਦਿਆਂ ਖਵੰਦਿਆਂ। ਸੋ ਹੱਸਦੇ ਖੇਲਦੇ ਜੋ ਮਰਜ਼ੀ ਤੁਸੀਂ ਪਾਓ, ਜੋ ਮਰਜ਼ੀ ਤੁਸੀਂ ਖਾਵੋ, 36 ਪ੍ਰਕਾਰ ਦੇ ਭੋਜਨ, ਇਹ ਹੱਸੰਦਿਆਂ ਖਵੰਦਿਆਂ ਪਹਿਨੰਦਿਆਂ ਖਲੰਦਿਆਂ ਵਿੱਚ ਹੀ ਹੋਵੇ ਮੁਕਤ। ਸੋ ਇਹ ਹੈ ਕਿ ਸਾਨੂੰ ਜੰਗਲਾਂ 'ਚ ਜਾਣ ਦੀ ਲੋੜ ਨਹੀਂ, ਸਾਨੂੰ ਗ੍ਰਸਤੀ ਜੀਵਨ ਨੂੰ ਤਿਆਗਣ ਦੀ ਲੋੜ ਨਹੀਂ। ਇਹ ਚੀਜ਼ਾਂ ਜਿਹੜੀਆਂ ਪੁਰਾਤਨ ਸਾਡੀ ਹਿਸਟਰੀ ਦੇ ਵਿੱਚ ਆਉਂਦੀਆਂ ਨੇ, ਉਹਨਾਂ ਤੋਂ ਇੱਕ ਵੱਖਰਵਾਂ, ਇੱਕ ਵਿਲੱਖਣ ਇਹੋ ਧਰਮ ਹੈ ਜੋ ਇੱਕ ਵੇ ਆਫ ਲਾਈਫ ਹੈ, ਜਿਹਦੇ ਵਿੱਚ ਗ੍ਰਸਤੀ ਨੂੰ ਬਹੁਤ ਉੱਚਾ ਦਰਜਾ ਦਿੱਤਾ ਗਿਆ ਹੈ। ਸੋ ਗ੍ਰਸਤੀ ਜੀਵਨ ਦੇ ਵਿੱਚ ਸਾਡਾ ਜਿਹੜਾ ਐਜੂਕੇਸ਼ਨ ਸਿਸਟਮ ਹੈ ਨਾ, ਅਸੀਂ ਮੁੜ ਕੇ ਉੱਥੇ ਸਾਡਾ ਪ੍ਰੋਗਰਾਮ ਦਾ ਮਕਸਦ ਹੀ ਇਹ ਹੁੰਦਾ ਕਿ ਜਿਹੜਾ ਸਾਡਾ ਐਜੂਕੇਸ਼ਨ ਸਿਸਟਮ ਹੈ, ਜੋ ਕਿ ਸਾਨੂੰ ਇੱਕ ਐਡਾ ਵੱਡਾ ਖਜ਼ਾਨਾ ਗੁਰੂ ਸਾਹਿਬਾਨਾਂ ਨੇ ਦਿੱਤਾ ਹੈ, ਗੁਰੂ ਗ੍ਰੰਥ ਸਾਹਿਬ ਜੀ ਦਾ ਖਜ਼ਾਨਾ ਹੈ, ਉਸ ਖਜ਼ਾਨੇ ਦੇ ਬਾਰੇ ਅਸੀਂ ਸਾਡਾ ਐਜੂਕੇਸ਼ਨ ਸਿਸਟਮ ਕੀ ਕਰ ਰਿਹਾ ਹੈ। ਉੱਥੇ ਇੱਕ ਬਹੁਤ ਹੀ ਵੱਡਾ ਇਸ ਵੇਲੇ ਮੈਂ ਕਹਿੰਦਾ ਸਾਡੀ ਪੂਰੀ ਕੌਮ ਤੇ ਪੰਥ ਦੇ ਵਿੱਚ ਬਹੁਤ ਹੀ ਵੱਡਾ ਇੱਕ ਗੈਪ, ਇੱਕ ਵੈਕਿਊਮ ਕ੍ਰੀਏਟ ਹੋ ਗਿਆ ਹੈ, ਜਿਹੜਾ ਕਿ ਇੱਕ ਸਿੱਖੀ ਕਿਰਦਾਰ ਦੀ ਕੋਈ ਪਿਕਚਰ ਇਸ ਤਰ੍ਹਾਂ ਦੀ ਬਣਾ ਦਿੱਤੀ ਗਈ ਹੈ, ਉਗਰਵਾਦੀ, ਵੱਖਵਾਦੀ। ਤੇ ਜੇ ਤੁਸੀਂ ਉਹਨਾਂ ਤੋਂ ਥੋੜ੍ਹਾ ਹੋਰ ਆਮ ਲੈਵਲ 'ਤੇ ਆ ਜਾਓ ਤਾਂ ਜੀ, ਜੇ ਤੁਸੀਂ ਮੀਟ ਨਹੀਂ ਖਾਂਦੇ, ਤੁਸੀਂ ਸ਼ਰਾਬ ਨਹੀਂ ਪੀਂਦੇ, ਤੁਸੀਂ ਸਰਦਾਰ ਹੀ ਨਹੀਂ। ਸੋ ਇੱਕ ਇਸ ਤਰ੍ਹਾਂ ਦੀ ਪਿਕਚਰ ਬਣਾ ਕੇ ਰੱਖ ਦਿੱਤੀ ਹੈ ਕਿ ਜਿਨ ਬਹੁਤ ਹੀ ਵੱਡਾ ਵੈਕਿਊਮ ਸਾਡੇ ਵਿੱਚ ਇੱਕ ਜਿਹੜਾ ਸਿੱਖ ਦਾ ਕਿਰਦਾਰ, ਕਰੈਕਟਰ, ਜੋ ਕਿ ਆਮ ਜਨਤਾ ਦੇ ਵਿੱਚ ਹੁਣ ਕੋਵਿਡ ਦੇ ਵਿੱਚ ਸਾਹਮਣੇ ਆਇਆ ਵੀ ਇਹ ਤਾਂ ਬਹੁਤ ਇੱਕ ਸਰਬੱਤ ਦੇ ਭਲੇ ਦਾ ਆਪਣਾ ਐਡੇ ਬੜੀ ਤਿਆਗੀ ਕੌਮ ਹੈ ਕਿ ਇਹਨੇ ਐਡੀ ਬੜੀ ਸੇਵਾ ਕੀਤੀ ਹੈ, ਲੰਗਰਾਂ ਦੀ ਸੇਵਾ ਕੀਤੀ, ਹਰ ਤਰ੍ਹਾਂ ਦੀ ਸੇਵਾ ਕੀਤੀ।
ਇਹ ਨਹੀਂ ਕਿ ਸੰਗਤਾਂ ਨੋਟਿਸ ਨਹੀਂ ਕਰਦੀਆਂ, ਸੰਗਤਾਂ ਦੇ ਵਿੱਚ ਹਰ ਇੱਕ ਗੱਲ ਜਾਂਦੀ ਹੈ, ਪਰ ਜਿਹੜਾ ਮੈਸੇਜ ਬਦਕਿਸਮਤੀ ਹੈ ਕਿ ਸਰਕਾਰਾਂ ਜਿਹੜੀਆਂ ਉਹ ਝੂਠ ਦੇ ਸਹਾਰੇ ਤੇ ਜੀਂਦੀਆਂ ਨੇ ਤੇ ਸੱਚ ਉਹਨਾਂ ਨੂੰ ਖਾਂਦਾ ਹੈ, ਇਸ ਕਰਕੇ ਉਹ ਸਹੀ ਮੈਸੇਜ ਸੰਗਤਾਂ ਤੱਕ ਪਹੁੰਚਣ ਦਿੰਦੀਆਂ ਹੀ ਨਹੀਂ। ਜੋ ਇੱਕ ਸਿੱਖ ਕਿਰਦਾਰ ਹੈ, ਜੋ ਉਹਦਾ ਸਹੀ ਮੈਸੇਜ ਹੈ, ਖਾਲਸਾ ਅਕਾਲ ਪੁਰਖ ਕੀ ਫੌਜ, ਉਹ ਸਾਨੂੰ ਸੰਗਤਾਂ ਤੱਕ ਪਹੁੰਚਾਉਣ ਵਿੱਚ ਸਾਨੂੰ ਹੀ ਮਿਹਨਤ ਕਰਨੀ ਪੈਣੀ ਹੈ। ਤੇ ਉਹਦੇ ਵਿੱਚ ਜੇ ਸਾਡਾ ਐਜੂਕੇਸ਼ਨ ਸਿਸਟਮ ਇਸ ਚੀਜ਼ ਦੇ ਉੱਤੇ ਖਰਾ ਨਹੀਂ ਉਤਰਦਾ ਤੇ ਅਸੀਂ ਇਹ ਦੇਖੋ, ਇਹ ਸੱਚਾਈ ਜੋ ਖਾਲਸਾ ਪੰਥ ਦੀ ਸਿਰਜਣਾ ਇਹ ਤਾਂ ਸਦੀਵੀ ਹੈ, ਅਟਲ ਹੈ। ਤੇ ਖਾਲਸੇ ਰਾਜ ਦਾ ਵੀ ਦੱਸਿਆ ਕਿ ਰਾਜ ਕਰੇਗਾ ਖਾਲਸਾ। ਇਹ ਜੋ ਟੀਚੇ ਸਭ ਪੂਰੇ ਹੋਣੇ ਨੇ ਤੇ ਹੁਣੇ ਵੀ ਵਾਹਿਗੁਰੂ ਦੀ ਕਿਰਪਾ ਦੇ ਨਾਲ ਹੀ ਆ। ਤੇ ਕਿਉਂਕਿ ਇਹ ਜਿਹੜੀ ਐਡੀ ਵੱਡੀ ਸਿਰਜਣਾ ਹੋਈ ਹੈ, ਇਹਦੇ ਪਿੱਛੇ ਕੋਈ ਰਾਜ ਹੈ, ਕੋਈ ਮਹੱਤਵ ਹੈ। ਸੋ ਉਹਨਾਂ ਚੀਜ਼ਾਂ ਨੂੰ ਅਸੀਂ ਧਿਆਨ ਦੇ ਵਿੱਚ ਰੱਖਦੇ ਹੋਏ ਇਸ ਚੀਜ਼ ਤੇ ਜ਼ਰੂਰ ਸਾਨੂੰ ਪਹਿਰਾ ਦੇਣ ਦੀ ਲੋੜ ਹੈ ਕਿ ਜਿਹੜਾ ਸਾਡਾ ਐਜੂਕੇਸ਼ਨ ਸਿਸਟਮ ਹੈ ਉਹਦੇ ਵਿੱਚ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਆਪਣਾ ਯੋਗਦਾਨ ਪਾਈਏ। ਤੇ ਸਭ ਤੋਂ ਵੱਡਾ ਹੈ ਕਿ ਅਸੀਂ ਬਾਕੀ ਲੋਕਾਂ ਦੇ ਵੱਲੋਂ ਧਿਆਨ ਹਟਾ ਕੇ ਆਪਣਾ ਇੱਕ ਸਿੱਖ ਕਿਰਦਾਰ ਹੈ, ਜੋ ਆਪਣਾ ਗੁਰੂ ਦੇ ਨਾਲ ਪਿਆਰ ਹੈ, ਜੇ ਸਾਡੇ ਅਰਦਾਸ ਦੇ ਵਿੱਚ ਵੀ ਆਉਂਦੇ ਕਿ ਸਿੱਖੀ ਜਿਨੀ ਕੇਸਾ ਸਵਾਸਾਂ ਸੰਗ ਨਿਭਾਈ, ਉਹਨਾਂ ਨੂੰ ਹੀ ਅਸੀਂ ਯਾਦ ਕਰਦੇ ਹਾਂ। ਸੋ ਅਸੀਂ ਕੋਸ਼ਿਸ਼ ਕਰੀਏ ਕਿ ਅਸੀਂ ਇਸ ਸਿੱਖੀ ਨੂੰ ਕੇਸਾ ਸਵਾਸਾਂ ਸੰਗ ਨਿਭਾਈਏ ਤੇ ਇਹਦੇ ਵਿੱਚੋਂ ਹੀ ਆਪਣਾ ਫਰਜ਼ ਪਛਾਣਦੇ ਹੋਏ ਕਿ ਇੱਕ ਬਹੁਤ ਹੀ ਵਧੀਆ, ਜੇ ਪੰਜਾਬ ਦੇ ਵਿੱਚ ਕੋਈ ਸਾਡੇ ਇਸ ਵੇਲੇ ਕੋਈ ਆਸ ਦੀ ਕਿਰਨ ਸਾਨੂੰ ਦਿਸਦੀ ਹੈ ਤੇ ਉਹ ਕਲਗੀਧਰ ਟਰੱਸਟ ਹੈ, ਜਿਨ੍ਹਾਂ ਨੇ ਕਿ ਜਿਸ ਤਰ੍ਹਾਂ ਹੁਣ ਬਾਬਾ ਜੀ ਪ੍ਰੈਜ਼ੀਡੈਂਟ ਨੇ, ਉਹਨੇ ਆਪਣਾ ਗ੍ਰਸਤੀ ਜੀਵਨ ਇਸ ਕਰਕੇ ਤਿਆਗਿਆ ਕਿ ਮੇਰੀ ਕਨਸੈਂਟਰੇਸ਼ਨ ਹੈ, ਜਿਹੜੀ ਮੈਂ ਪੰਥ ਦੀ ਸੇਵਾ ਕਰਨਾ ਚਾਹ, ਉਹਦੇ 'ਚ ਕੋਈ ਵਿਘਨ ਨਾ ਆ ਜਾਏ। ਸੋ ਉਹਦੇ ਉੱਤੇ ਅਸੀਂ ਪਹਿਰਾ ਦੇਣਾ ਕਿ ਅੱਜ ਬਹੁਤ ਸਖਤ ਜ਼ਰੂਰਤ ਹੈ ਕਿ ਕਲਗੀਧਰ ਟਰੱਸਟ ਨੇ ਸਾਨੂੰ ਸਾਡੇ ਪੰਥ ਦੀ ਝੋਲੀ ਦੇ ਵਿੱਚ ਇਸ ਤਰ੍ਹਾਂ ਦਾ ਖਜ਼ਾਨਾ ਪਾਇਆ ਹੈ ਕਿ ਜਿਸ ਤਰ੍ਹਾਂ ਗੁਰੂ ਕੀ ਕਾਸ਼ੀ ਦਸਮ ਪਿਤਾ ਮਹਾਰਾਜ ਦਾ ਵਚਨ ਸੀ ਕਿ ਇਹ ਪ੍ਰਗਟ ਹਮਾਰੀ ਕਾਸ਼ੀ, ਉਹ ਪ੍ਰਗਟ ਕਰਨ ਦੇ ਵਿੱਚ 500 ਕਰੋੜ ਦਾ ਬਜਟ, ਮਤਲਬ ਕੋਈ ਕਿਸੇ ਵੀ ਸੰਸਥਾ ਦੇ ਲਈ ਜਿਹਦੇ ਕੋਲ ਨਾ ਗਵਰਨਮੈਂਟ ਦੀ ਕੋਈ ਸਹਾਇਤਾ ਹੋਵੇ, ਨਾ ਹੀ ਕੋਈ ਆਪਣੀ ਕਿਸੇ ਸਿੱਖ ਜਥੇਬੰਦੀ ਦੀ ਕੋਈ ਸਹਾਇਤਾ ਹੋਵੇ, ਸਿਰਫ ਇੱਕ ਸੰਗਤਾਂ ਦੇ ਉੱਤੇ ਭਰੋਸਾ ਕਰਕੇ ਇੱਕ 500 ਕਰੋੜ ਦਾ ਜੋ ਪ੍ਰੋਜੈਕਟ ਸ਼ੁਰੂ ਕੀਤਾ ਸੀਗਾ, ਉਹ ਇਸ ਵੇਲੇ ਫੇਜ਼ 2 ਦੇ ਵਿੱਚ ਪਹੁੰਚ ਗਿਆ ਹੈ ਤੇ ਫੇਜ਼ 3 ਦੇ ਵਿੱਚ ਮੈਨੂੰ ਲੱਗਦਾ ਹਾਲੇ ਹੋਰ 1-2 ਸਾਲ ਚੱਲੇਗਾ ਉਹ। ਤੇ ਉਹਦੇ ਵਿੱਚ ਅਸੀਂ ਸੰਗਤਾਂ ਨੂੰ ਪਿੱਛੇ ਅਪੀਲ ਕੀਤੀ ਹੈ ਕਿ ਜਿੰਨਾ ਵੀ ਵੱਧ ਚੜ੍ਹ ਕੇ ਉਹਦੇ 'ਚ ਆਪਣਾ ਯੋਗਦਾਨ ਹੁੰਦਾ ਜ਼ਰੂਰ ਪਾਓ, ਤਾਂ ਕਿ ਸਾਨੂੰ ਇੱਕ ਜਿਹੜਾ ਪੰਜਾਬ ਨੂੰ ਇਸ ਵੇਲੇ ਇੱਕੋ ਇੱਕ ਆਰਗੇਨਾਈਜੇਸ਼ਨ ਜਿਹੜੀ ਇਸ ਵੇਲੇ ਪੰਜਾਬ ਨੂੰ ਨਰਕ 'ਚੋਂ ਕੱਢ ਸਕਦੀ ਹੈ, ਉਹ ਹੈ ਇਸੀ ਪਲੇਟਫਾਰਮ ਦੇ ਉੱਤੇ ਇੱਕ ਉਹ ਐਜੂਕੇਸ਼ਨ ਸਿਸਟਮ, 500 ਸਕੂਲਾਂ ਦਾ ਨੈਟਵਰਕ ਪੰਜਾਬ ਦੇ ਵਿੱਚ ਫੈਲਾਉਣਾ, ਜਿਹੜਾ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਉਣ ਦਾ ਲੈਸਨ ਬੱਚਿਆਂ ਨੂੰ ਦਿੰਦੀ ਹੋਵੇ। ਕਿਉਂਕਿ ਸਿੱਖੀ ਇਹ ਨਹੀਂ ਕਿ ਟੀਨੇਜ ਤੋਂ ਬਾਅਦ ਸਿੱਖੀ ਦਾ ਲੈਸਨ ਤੇ ਇਸ ਦੁਨੀਆ ਦੇ ਵਿੱਚ ਆਉਂਦੇ ਮਾਤਾ ਦੀ ਕੁੱਖ ਤੋਂ ਹੀ ਸ਼ੁਰੂ ਹੋ ਜਾਂਦਾ ਹੈ ਕਿ ਜਿਹੜਾ ਜੋ ਸਿੱਖ ਦਾ ਕਿਰਦਾਰ ਉੱਥੋਂ ਬਣਨਾ ਸ਼ੁਰੂ ਹੋ ਜਾਂਦਾ ਹੈ ਕਿ ਤੁਸੀਂ ਬੱਚਾ ਕੁੱਖ 'ਚ ਆਉਂਦਿਆਂ ਹੀ ਮਾਤਾ ਕਿੰਨਾ ਸਿਮਰਨ ਪਾਠ ਪੂਜਾ ਕਰਦੇ ਨੇ, ਉੱਥੋਂ ਹੀ ਬੱਚੇ ਦੀ ਜੋ ਹੈ ਡਿਵੈਲਪਮੈਂਟ ਸ਼ੁਰੂ ਹੋ ਜਾਂਦੀ ਹੈ। ਸੋ ਇਹ ਐਸਾ ਐਜੂਕੇਸ਼ਨ ਸਿਸਟਮ ਹੈ ਜਿਹਦੇ ਵਿੱਚ ਬਿਲਕੁਲ ਨਰਸਰੀ ਰਿਸੈਪਸ਼ਨ ਤੋਂ ਲੈ ਕੇ ਹੀ ਬੱਚਿਆਂ ਨੂੰ ਨਿਤਨੇਮ ਆਪਣੇ ਗੁਰੂ ਗ੍ਰੰਥ ਸਾਹਿਬ ਜੀ ਦੀ ਗੁਰਬਾਣੀ ਦੇ ਨਾਲ ਜੋੜਿਆ ਜਾਂਦਾ ਹੈ ਤੇ ਨਿਤਨੇਮੀ ਬਣਾਇਆ ਜਾਂਦਾ ਹੈ, ਸਹਿਜ ਪਾਠ ਦਾ ਉਹਨਾਂ ਨੂੰ ਅਭਿਆਸ ਕਰਵਾਇਆ ਜਾਂਦਾ ਹੈ, ਅਖੰਡ ਪਾਠੀ ਬਣਦੇ ਹਨ ਤੇ ਨਾਲ ਜਿਹੜੀ ਦੁਨਿਆਵੀ ਵਿੱਦਿਆ ਹੈ ਉਹਦੇ ਵਿੱਚ ਵੀ ਉਹ ਮਾਹਰਾਂ ਹਾਸਲ ਕਰ ਰਹੇ ਨੇ। ਸੋ ਸੰਗਤ ਅੱਗੇ ਬੇਨਤੀ ਹੈ ਕਿ ਇਹ ਜਿਹੜਾ 500 ਕਰੋੜ ਦਾ ਪ੍ਰੋਜੈਕਟ ਹੈ, ਇਹ ਸਰਕਾਰੀ ਜੋ ਬੰਦਸ਼ਾਂ ਲਾਈਆਂ ਉਹਨਾਂ ਨੂੰ ਸਾਰੀਆਂ ਨੂੰ ਪੂਰਾ ਕਰਨ ਵਾਸਤੇ 120 ਕਰੋੜ ਦਾ ਲੋਨ ਲੈਣਾ ਪਿਆ, ਜਿਹੜਾ ਕਿ ਹੁਣ ਇਸ ਵੇਲੇ 50 ਕਰੋੜ ਤੇ ਆ ਗਿਆ ਸੀ, ਪਰ ਫਿਰ ਕੋਵਿਡ ਕਰਕੇ ਮੁੜ ਕੇ ਫਿਰ 80 ਕਰੋੜ ਦੇ ਆਸ-ਪਾਸ ਚਲਾ ਗਿਆ ਹੈ। ਅਸੀਂ ਲਾਸਟ ਪ੍ਰੋਗਰਾਮ ਵਿੱਚ ਬੇਨਤੀ ਕੀਤੀ ਸੀ ਕਿ ਬਾਬਾ ਜੀ ਨੇ ਇਹੋ ਪੂਰੀ ਸਿੱਖ ਜਗਤ ਅੱਗੇ ਅਪੀਲ ਕੀਤੀ ਹੈ ਕਿ ਆਪਣਾ ਇੱਕ ਵਨ ਆਫ ਡੋਨੇਸ਼ਨ 5-5000 ਪਾਉਂਡ ਦੀ ਸਿਰਫ ਇਸ ਸੰਸਥਾ ਨੂੰ ਲੋਨ ਮੁਕਤ ਕਰਨ ਵਾਸਤੇ ਕੀਤੀ ਜਾਵੇ, ਜਾਂ ਗੁਰੂ ਕੀ ਕਾਸ਼ੀ ਦੇ ਵਿੱਚ ਕਮਰੇ ਦੀ ਸੇਵਾ 5000 ਪਾਉਂਡ ਦੀ, ਕਿਸੇ ਤਰ੍ਹਾਂ ਵੀ ਜਿੰਨਾ ਚਿਰ ਇਹ ਪ੍ਰੋਜੈਕਟ ਚੱਲਦਾ ਇਹਨਾਂ ਸੇਵਾ ਦੇ ਉੱਤੇ ਜ਼ਰੂਰ ਅਸੀਂ ਆਪਣਾ ਯੋਗਦਾਨ ਪਾਈਏ। ਤੇ ਦੂਸਰਾ 129 ਸਕੂਲਾਂ ਦਾ ਜਿਹੜਾ ਨੈਟਵਰਕ ਹੈ ਸਾਡੇ ਕੋਲ, ਖਾਸ ਕਰਕੇ ਅਸੀਂ ਉਹ ਵਿੱਦਿਆ ਦਾ ਸਿਸਟਮ ਜਿਹੜਾ ਕਿ ਆਪਣੀ ਸਿੱਖੀ ਦਾ ਪ੍ਰਚਾਰ ਕਰ ਰਿਹਾ, ਪ੍ਰੈਕਟੀਕਲੀ ਪ੍ਰਚਾਰ ਕਰ ਰਿਹਾ, ਬੱਚਿਆਂ ਦੇ ਜੀਵਨ ਦੇ ਵਿੱਚ ਸਿੱਖੀ ਆ ਰਹੀ, ਉਹਨਾਂ ਦਾ ਕਿਰਦਾਰ ਹੈ ਕਿ ਵਾਕਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਉਣ ਵਾਲੇ ਜਿਹੜੇ ਸਾਡੀ ਨੈਕਸਟ ਜਨਰੇਸ਼ਨ ਪੈਦਾ ਕਰ ਰਹੇ ਨੇ, ਉਹ 129 ਸਕੂਲ ਹੁਣ ਚਲਾਉਣੇ, ਜਿਹੜਾ ਕਿ ਇੱਕ ਬਹੁਤ ਹੀ ਵੱਡਾ ਓਵਰਹੈਡ ਖਰਚਾ ਹੈ, ਜਿੱਥੋਂ ਕੋਈ ਸਰਕਾਰੀ ਕੋਈ ਮਦਦ ਨਹੀਂ,
ਆਪਣੀ ਸੰਗਤ, ਕੁਛ ਜਿਹੜੇ ਫੀਸਾਂ ਦਿੰਦੇ ਨੇ, ਕੁਛ ਜਿਹੜੇ ਅਮੀਰ ਘਰਾਂ ਦੇ ਬੱਚੇ ਨੇ ਫੀਸਾਂ ਦਿੰਦੇ ਨੇ, ਤੇ ਨੀਅਰਲੀ 70,000 ਚੋਂ 28,000 ਬੱਚੇ ਐਸੇ ਨੇ ਜਿਨ੍ਹਾਂ ਦੇ ਉੱਤੇ ਮਤਲਬ ਇਸ ਤਰ੍ਹਾਂ ਦੀ ਹੈ ਕਿ ਜਿੰਨੀ ਵੀ ਉਹ ਫੀਸ ਦੇ ਸਕਣ ਉਹਦੇ ਹਿਸਾਬ ਨਾਲ ਉਹਨਾਂ ਨੂੰ ਅਕੋਮੋਡੇਟ ਕੀਤਾ ਜਾਂਦਾ ਹੈ। ਸੋ ਸੰਗਤ ਅੱਗੇ ਬੇਨਤੀ ਹੈ ਕਿ ਇੱਕ ਬੱਚੇ ਦੀ ਪੜ੍ਹਾਈ ਦੀ ਜ਼ਿੰਮੇਵਾਰੀ, ਜਿਹੜੇ ਕਿ ਖਾਸ ਕਰਕੇ ਅਸੀਂ ਪਾਵਰਟੀ ਲਾਈਨ ਤੋਂ ਥੱਲੇ ਨੇ, ਜਿਨ੍ਹਾਂ ਦੇ ਘਰ ਦੇ ਵਿੱਚ ਕੋਈ ਖਾਸ ਰੈਗੂਲਰ ਇਨਕਮ ਨਹੀਂ ਹੈਗੀ, ਉਹਨਾਂ ਵਾਸਤੇ 30 ਪਾਉਂਡ ਮਹੀਨੇ ਦਾ ਖਰਚਾ ਜਿਹੜਾ ਹੈ ਉਹ ਚੱਕਣਾ ਬੜਾ ਮੁਸ਼ਕਲ ਹੋ ਜਾਂਦਾ ਹੈ। ਸੋ ਉਸ ਵਾਸਤੇ ਜ਼ਰੂਰ ਇੱਕ ਬੱਚੇ ਦੀ ਸਪਾਂਸਰਸ਼ਿਪ ਕਰੋ। ਇਹ ਆਪਣੇ ਦਸਵੰਧ ਵਿੱਚੋਂ ਜਿੱਥੇ ਕਿੱਥੇ ਵੀ ਤੁਸੀਂ ਸੇਵਾ ਕਰਦੇ ਹੋ ਉਹ ਮੁਬਾਰਕ ਹੈ, ਜ਼ਰੂਰ ਕਰੋ। ਪਰ ਇਹ ਇੱਕ ਐਸਾ ਨੰਬਰ 1 ਪ੍ਰਾਇੋਰਟੀ ਹੈ ਕਿ ਜੇ ਪੰਜਾਬ ਨੂੰ ਅੱਜ ਬਚਾਉਣਾ ਹੈ ਤਾਂ ਇਹ ਸੰਸਥਾ ਬਹੁਤ ਹੀ ਵੱਡਾ ਇੱਕ ਰੋਲ ਪਲੇ ਕਰ ਰਹੀ ਹੈ ਤੇ ਕਰੇਗੀ ਵੀ। ਤੇ ਇਹਦੇ ਵਿੱਚ ਜਿੰਨਾ ਵੀ ਸਾਡਾ ਸਹਿਯੋਗ ਹੋ ਸਕੇ ਉਹ ਸਾਨੂੰ ਪਾਉਣਾ ਚਾਹੀਦਾ ਹੈ। ਤੁਹਾਡੇ ਜੋ ਵੀ ਅਸੀਂ ਟੈਲੀਫੋਨ ਨੰਬਰਸ ਤੇ ਅਕਾਊਂਟ ਨੰਬਰ ਸਕਰੀਨ ਤੇ ਆ ਰਹੇ ਹੋ, ਤੁਸੀਂ ਵਨ ਆਫ ਡੋਨੇਸ਼ਨ ਕਰਨਾ ਚਾਹੁੰਦੇ ਹੋ, ਟੈਲੀਫੋਨ ਤੇ ਸਾਡੇ ਨਾਲ ਕੋਈ ਸਲਾਹ ਕਰਕੇ ਕਰਨਾ ਚਾਹੁੰਦੇ ਹੋ, ਬੱਚਾ ਸਪਾਂਸਰ ਕਰਨਾ ਚਾਹੁੰਦੇ ਹੋ, ਤਾਂ ਇਹਨਾਂ ਸੇਵਾਵਾਂ ਦੇ ਵਿੱਚ ਆਪਣਾ ਜ਼ਰੂਰ ਹਿੱਸਾ ਪਾਵੋ, ਕਿਉਂਕਿ ਜਦੋਂ ਇਹ ਹਿੱਸਾ ਪਾਉਣ ਦੇ ਵਿੱਚ ਹੀ ਤੁਸੀਂ ਸ਼ੋਅ ਕਰ ਸਕਦੇ ਹੋ ਕਿ ਤੁਹਾਡਾ ਸਿੱਖੀ ਨਾਲ ਕਿੰਨਾ ਪਿਆਰ ਹੈ, ਗੁਰੂ ਨਾਲ ਕਿੰਨਾ ਪਿਆਰ ਹੈ, ਕਿੰਨੀ ਤੁਹਾਡੇ 'ਚ ਸੋਲੀਡੈਰਿਟੀ ਹੈ ਖਾਲਸਾ ਪੰਥ ਵਾਸਤੇ, ਕਿੰਨੀ ਲਾਇਲਟੀ ਹੈ ਆਪਣੀ ਗੁਰੂਆਂ ਵਾਸਤੇ। ਤੇ ਨਾਲ ਜਿਹੜਾ ਸਿੱਖੀ ਜੀਵਨ ਹੈ ਉਹਦੀ ਜਾਂਚ ਵੀ ਤੁਹਾਨੂੰ ਇਹਦੇ ਨਾਲ ਜੁੜ ਕੇ ਹੀ ਆਏਗੀ। ਜਦੋਂ ਬੱਚਿਆਂ ਦੀ ਤੁਹਾਨੂੰ ਈਮੇਲ ਆਏਗੀ, ਬੱਚਿਆਂ ਦੇ ਤੁਹਾਨੂੰ ਥੈਂਕ ਯੂ ਕਾਰਡ ਆਉਣਗੇ, ਉਹਨਾਂ ਦੀ ਪ੍ਰੋਗਰੈਸ ਬਾਰੇ ਪਤਾ ਲੱਗੇਗਾ, ਉਹਨਾਂ ਦੇ ਜੀਵਨ ਬਾਰੇ ਤੁਹਾਨੂੰ ਪਤਾ ਲੱਗੇਗਾ, ਤਾਂ ਮਨ ਦੇ ਵਿੱਚ ਜ਼ਰੂਰ ਖੁਸ਼ੀ ਹੋਏਗੀ, ਗੁਰੂ ਦੇ ਨਾਲ ਪਿਆਰ ਪੈਦਾ ਹੋਏਗਾ। ਤੇ ਉੱਥੋਂ ਹੀ ਫਿਰ ਗੁਰਪ੍ਰਸਾਦ, ਜਦੋਂ ਗੁਰੂ ਦੀ ਨਜ਼ਰ ਤੁਹਾਡੇ ਤੇ ਹੋ ਗਈ, ਕਿਸੇ ਚੀਜ਼ ਦਾ ਕੋਈ ਘਾਟਾ ਨਹੀਂ ਰਹਿੰਦਾ। ਪਰ ਅਸੀਂ ਬਦਕਿਸਮਤੀ ਇਹ ਹੈ ਕਿ ਅਸੀਂ ਬਹੁਤ ਉਲਝਾਨ ਅਕਲਾਂ ਦੇ ਉੱਤੇ ਇਸ ਤਰ੍ਹਾਂ ਦੇ ਤਾਲੇ ਲੱਗ ਚੁੱਕੇ ਨੇ ਕਿ ਉਹਨਾਂ ਨੂੰ ਖੋਲ੍ਹਣੇ ਵਾਲੇ ਬਹੁਤ ਹੀ ਘੱਟ ਤੁਹਾਨੂੰ ਅੱਜ ਕੱਲ੍ਹ ਦੇ ਜ਼ਮਾਨੇ ਵਿੱਚ ਮਿਲਣਗੇ। ਸੋ ਸੰਗਤ ਅੱਗੇ ਹੱਥ ਜੋੜ ਕੇ ਬੇਨਤੀ ਹੈ ਕਿ ਜਿਹੜੀ ਸਾਡੀ ਅਪੀਲ ਹੈ ਇਹਦੇ ਵਿੱਚ ਜ਼ਰੂਰ ਵੱਧ ਚੜ੍ਹ ਕੇ ਹਿੱਸਾ ਪਾਵੋ। ਤੇ ਕਦੀ ਇੰਡੀਆ ਜਾਵੋ ਤੇ ਬਾਬਾ ਜੀ ਤੇ ਹੁਣ 96 ਈਅਰਸ ਏਜ ਹੋ ਗਈ ਹੈ ਤੇ ਕਾਫੀ ਵਿਰਧ ਅਵਸਥਾ ਦੇ ਵਿੱਚ ਹਾਲੇ ਵੀ ਉਹ ਬੜੀ ਐਕਟਿਵ ਲਾਈਫ ਸਮਝ ਕੇ, ਮਤਲਬ ਬੜਾ ਐਕਟਿਵਲੀ ਇਸ ਆਰਗੇਨਾਈਜੇਸ਼ਨ ਨੂੰ ਲੀਡ ਕਰ ਰਹੇ ਨੇ। ਤੇ ਜ਼ਰੂਰ ਤੁਸੀਂ ਜੇ ਕੋਈ ਇੱਥੇ ਤੱਕ ਵੀ ਕੋਈ ਲੈਂਡ ਡੋਨੇਸ਼ਨ ਦੇ ਨਾਲ ਜੇ ਆਪਣਾ ਕੋਈ ਸਕੂਲ ਹੀ ਸਪਾਂਸਰ ਕਰਨਾ ਹੈ, ਕੋਈ ਵੱਡਾ ਪ੍ਰੋਜੈਕਟ ਹੈ, ਤੇ ਜ਼ਰੂਰ ਬਾਬਾ ਜੀ ਨੂੰ ਮਿਲ ਕੇ ਫੋਨ ਤੇ ਵੀ ਗੱਲ ਕਰ ਸਕਦੇ ਹੋ। ਤੇ ਇਸ ਪਾਸੇ ਜ਼ਰੂਰ ਆਪਣੇ ਦਸਵੰਧ ਦੇ ਵਿੱਚੋਂ ਜਿੰਨਾ ਵੀ ਵੱਧ ਚੜ ਕੇ ਹਿੱਸਾ ਪੈ ਸਕਦਾ ਉਹ ਜ਼ਰੂਰ ਪਾਓ। ਸੰਗਤਾਂ ਅੱਗੇ ਹੱਥ ਜੋੜ ਕੇ ਜੀ ਅਟਵਾਲ ਸਾਹਿਬ, ਅੱਜ ਵੀ ਤੁਸੀਂ ਪੂਰੀ ਪੁਰਜੋਰ ਅਪੀਲ ਕੀਤੀ ਹੈਗੀ ਹੈ ਵਿਦ ਡਿਟੇਲ ਸੰਗਤਾਂ ਨੂੰ। ਮੈਨੂੰ ਉਮੀਦ ਹੈ ਜੀ ਕਿ ਸੰਗਤਾਂ ਤੁਹਾਡੀ ਇਸ ਅਪੀਲ ਨੂੰ ਸੁਣਨਗੀਆਂ। ਜੇਕਰ ਉਹਨਾਂ ਦੇ ਮਨ ਦੇ ਵਿੱਚ ਕੋਈ ਪ੍ਰਸ਼ਨ ਹੋਏਗਾ ਤਾਂ ਜਿਸ ਤਰ੍ਹਾਂ ਕਿ ਤੁਸੀਂ ਕਿਹਾ ਕਿ ਸਾਨੂੰ ਨੰਬਰਾਂ ਤੇ ਕਾਲ ਕਰੋ, ਬਾਬਾ ਜੀ ਨਾਲ ਤੁਸੀਂ ਸਿੱਧੀ ਗੱਲ ਕਰ ਸਕਦੇ ਹੋ, ਤੁਸੀਂ ਕਰ ਸਕਦੇ ਹੋ। ਬਾਕੀ 2 ਚੀਜ਼ਾਂ ਤੁਹਾਡੀਆਂ ਜਿਹੜੀਆਂ ਤੁਸੀਂ ਹਾਈਲਾਈਟ ਕੀਤੀਆਂ ਕਿ ਇੱਕ ਦਸਵੰਧ ਤਾਂ ਕੱਢਣਾ ਹੀ ਹੈ ਤੇ ਕਿਤੇ ਨਾ ਕਿਤੇ ਤਾਂ ਲਾਣਾ ਹੀ ਹੈ, ਤੇ ਕਿਤੇ ਹੋਰ ਵੀ ਜੇ ਤੁਸੀਂ ਕਿਤੇ ਸੇਵਾ ਕਰਦੇ ਹੋ ਮੁਬਾਰਕ ਹੈ। ਇਹ ਗੱਲ ਮੈਨੂੰ ਬੜੀ ਵਧੀਆ ਲੱਗੀ ਤੁਹਾਡੀ। ਤੇ ਨਾਲ ਹੀ ਤੁਸੀਂ ਇਹ ਕਿਹਾ ਕਿ ਗੁਰਪ੍ਰਸਾਦ ਗੁਰੂ ਦੀ ਕਿਰਪਾ ਦੇ ਨਾਲ ਹੀ ਸੇਵਾ ਭਾਗਾਂ ਦੇ ਵਿੱਚ ਆਉਂਦੀ ਹੈ। ਗਿਆਨੀ ਜੀ, ਤੁਹਾਡੇ ਤੋਂ ਥੋੜਾ ਜਿਹਾ ਇਹਦੇ ਬਾਰੇ ਦ੍ਰਿਸ਼ਟੀਕੋਣ ਲੈਣਾ ਚਾਹਾਂਗਾ ਕਿ ਗੁਰਪ੍ਰਸਾਦ ਦੇ ਨਾਲ ਜੋ ਗੁਰਬਚਨ ਹੈ ਉਹ ਕਮਾਇਆ ਜਾ ਸਕਦਾ। ਜੇ ਗੁਰਬਚਨ ਕਹਿ ਲਓ ਵੀ ਉਹ ਗੁਰੂ ਕੀ ਕਾਸ਼ੀ ਦਾ ਹੋਇਆ ਸੀ ਤੇ ਜੇ ਕਮਾਇਆ ਜਾ ਰਿਹਾ ਤਾਂ ਉਹ ਗੁਰਪ੍ਰਸਾਦ ਨਾਲ ਹੀ ਗੁਰਬਚਨ ਕਮਾਇਆ ਜਾਣਾ ਹੈਗਾ। ਜਾਂ ਗਿਆਨੀ ਜੀ, ਤੁਹਾਡਾ ਐਂਡ ਦੇ ਵਿੱਚ ਚੰਦ ਮਿੰਟਾਂ ਦੇ ਵਿੱਚ ਤੁਹਾਨੂੰ ਮੈਂ ਮੈਸੇਜ ਲੈਣਾ ਚਾਹਾਂਗਾ। ਬਿਲਕੁਲ ਜੀ, ਜਿਵੇਂ ਦਰਸ਼ਕ ਜਿਹਨੂੰ ਅਟਵਾਲ ਜੀ ਨੇ ਬੇਨਤੀ ਕੀਤੀ ਹੈ, ਗੁਰਬਾਣੀ ਦੇ ਅਨੁਸਾਰ ਗੁਰ ਕਹਿਆ ਸਾਕਾਰ ਕਮਾਵੋ। ਜੋ ਗੁਰਬਾਣੀ ਨੇ ਸਾਨੂੰ ਹੁਕਮ ਕਰ ਦਿੱਤਾ ਉਹਨੂੰ ਸਾਨੂੰ ਕਮਾਉਣਾ ਚਾਹੀਦਾ ਹੈ। ਵਿੱਚ ਦੁਨੀਆ ਸਿਰ ਕਮਾਈਏ ਤਾਂ ਦਰਗਾਹ ਵੈਸੇ ਪਾਈਏ। ਇਹ ਸਿਰਫ ਬਰਬਲੀ ਕਹਿਣ ਦੀਆਂ ਗੱਲਾਂ ਨਹੀਂ ਹੋ, ਇਹ ਕਰਨ ਦੀਆਂ ਗੱਲਾਂ ਨੇ। ਬਾਣੀ ਨੇ ਬਾਰ-ਬਾਰ ਆਖਿਆ ਹੈ ਕਿ ਗੁਰੂ ਪਾਤਸ਼ਾਹ ਨੇ ਜੋ ਭਲੇ ਦੀ ਗੱਲ ਆਖੀ ਹੈ ਉਹ ਸਾਨੂੰ ਕਰਨੀ ਚਾਹੀਦੀ ਹੈ। ਸੋ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ, ਪੁਰਜ਼ੋਰ ਬੇਨਤੀ ਹੈ ਕਿ ਆਪਾਂ ਬਰੂ ਸਾਹਿਬ ਜੋ ਸੰਸਥਾ ਹੈ ਇਸ ਦੇ ਨਾਲ ਪੂਰਨ ਤੌਰ ਤੇ ਜੁੜੀਏ, ਔਰ ਜੋ ਵੀ ਸਾਡੇ ਸਾਹਮਣੇ ਸੇਵਾ ਆਉਂਦੀ ਹੈ ਉਹ ਸੇਵਾ ਕਰਨ ਦੀ ਆਪਾਂ ਕੋਸ਼ਿਸ਼ ਕਰੀਏ, ਤਾਂ ਕਿ ਸਾਡੇ ਆਉਣ ਵਾਲਾ ਭਵਿੱਖ ਜੋ ਜੀਵਨ ਹੈ ਬੱਚਿਆਂ ਦਾ ਉਹ ਉਜਲਾ ਹੋ ਸਕੇ। ਇਹੀ ਸਾਡੇ ਵਾਸਤੇ ਇੱਕ ਮਹਾਨ ਕਾਰਜ ਹੈ ਜੋ ਬਾਬਾ ਜੀ ਕਰ ਰਹੇ ਨੇ, ਤੇ ਸਾਨੂੰ ਬਾਬਾ ਜੀ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਤੁਰਨਾ ਚਾਹੀਦਾ ਹੈ, ਸਾਥ ਦੇਣਾ ਚਾਹੀਦਾ ਹੈ, ਤਾਂ ਕਿ ਇਹ ਜੋ ਸੰਸਥਾ ਹੈ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇਗੀ।
ਜੀ ਬਹੁਤ ਬਹੁਤ ਧੰਨਵਾਦ ਜੀ ਸਭ ਤੋਂ ਪਹਿਲਾਂ ਦੋਨਾਂ ਹੀ ਮਹਿਮਾਨਾਂ ਦਾ। ਦੋਸਤੋ, ਇਹ ਜੋ ਵੱਡੇ ਪ੍ਰੋਜੈਕਟ ਹੁੰਦੇ ਨੇ ਇਹ ਇੱਕ ਹੱਥਾਂ ਕੰਮ ਨਹੀਂ ਹੁੰਦਾ, ਇਹ ਬਹੁਤ ਹੱਥਾਂ ਕੰਮ ਹੁੰਦਾ ਹੈਗਾ ਆ। ਜਿੰਨਾ ਵੱਡਾ ਇਹ ਪ੍ਰੋਜੈਕਟ ਹੈ ਓਨਾ ਹੀ ਵੱਡਾ ਸਾਥ ਕਹਿ ਲਓ ਸੰਗਤਾਂ ਦਾ ਇਸ ਸੰਸਥਾ ਨੂੰ ਚਾਹੀਦਾ ਹੈਗਾ ਆ, ਜੋ ਮੈਂ ਮਹਿਸੂਸ ਕਰਦਾ ਆ। ਬਾਕੀ ਦੂਸਰੀ ਅਪੀਲ ਇਹ ਹੈਗੀ ਹੈ ਕਿ ਤੁਸੀਂ ਕੋਈ ਵੀ ਜੋ ਡੋਨੇਸ਼ਨ ਕਰਨੀ ਆ ਉਸ ਤੋਂ ਪਹਿਲਾਂ ਜੋ ਤੁਹਾਡੇ ਮਨ ਦੇ ਸਵਾਲ ਹੈ, ਜੋ ਵੀ ਤੁਸੀਂ ਸੋਚਦੇ ਹੋ, ਕਈ ਵਾਰ ਹੁੰਦਾ ਆ ਕਿ ਬਹੁਤ ਅੱਜ ਕੱਲ੍ਹ ਚੈਰਿਟੀਜ਼ ਹੈਗੀਆਂ ਨੇ ਹਨਾ, ਤੁਸੀਂ ਬਹੁਤ ਜਗ੍ਹਾ ਡੋਨੇਟ ਆਲਰੇਡੀ ਕਰਦੇ ਵੀ ਹੋਵੋਗੇ। ਸੋ ਪਹਿਲਾਂ ਵੈਰੀਫਾਈ ਕਰੋ, ਆਪਣੇ ਮਨ ਦੇ ਜੋ ਸ਼ੰਕੇ ਆ, ਜੋ ਸਵਾਲ ਹੈ ਉਹ ਪੁੱਛੋ, ਦੇਖੋ ਕੀ ਪ੍ਰੋਜੈਕਟ ਚੱਲ ਰਿਹਾ। ਜਿਸ ਤਰ੍ਹਾਂ ਟਵਾਲ ਸਾਹਿਬ ਨੇ ਕਿਹਾ ਕਿ ਤੁਸੀਂ ਬਾਬਾ ਜੀ ਨਾਲ ਗੱਲ ਕਰ ਸਕਦੇ ਹੋ, ਸੰਸਥਾ ਬਾਰੇ ਜਾਣੋ, ਫਿਰ ਤੁਸੀਂ ਡੋਨੇਟ ਕਰੋ। ਬਟ ਇਹ ਜੋ ਹੈ ਪ੍ਰੋਜੈਕਟ ਬਹੁਤ ਵੱਡਾ ਹੈਗਾ ਆ। ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮੁਖਾਰਬਿੰਦ ਤੋਂ ਨਿਕਲਿਆ ਹੋਇਆ ਉਹ ਗੁਰੂ ਕੀ ਕਾਸ਼ੀ ਦਾ ਜੋ ਲਫ਼ਜ਼ ਹੈ, ਜੋ ਬਚਨ ਹੈ, ਉਹਨੂੰ ਪੁਗਾਉਣ ਦੀ ਇੱਕ ਜੋ ਕੋਸ਼ਿਸ਼ ਸੰਸਥਾ ਕਰ ਰਹੀ ਹੈ। ਸੋ ਇਸ ਕੋਸ਼ਿਸ਼ ਦੇ ਵਿੱਚ ਤੁਹਾਡੀਆਂ ਵੀ ਜੋ ਕਹਿ ਲਓ ਸਹਿਯੋਗ ਦੀ ਬਹੁਤ ਲੋੜ ਹੈ, ਤੁਹਾਨੂੰ ਵੀ ਕੋਸ਼ਿਸ਼ ਕਰਨ ਦੀ ਜ਼ਰੂਰਤ ਹੈਗੀ ਹੈ ਜੀ। ਸੋ ਅੱਜ ਦੇ ਐਪੀਸੋਡ ਦੇ ਵਿੱਚ ਬਸ ਇੰਨਾ ਹੀ। ਅਗਲੀ ਵਾਰ ਫਿਰ ਤੋਂ ਮੁਲਾਕਾਤ ਹੋਏਗੀ। ਤੁਸੀਂ ਦੱਸਿਓ ਤੁਹਾਨੂੰ ਅੱਜ ਦਾ ਐਪੀਸੋਡ ਸਾਡਾ ਕਿਸ ਤਰ੍ਹਾਂ ਦਾ ਲੱਗਿਆ, ਆਪਣੀ ਫੀਡਬੈਕ ਜ਼ਰੂਰ ਦਿਓ। ਉਦੋਂ ਤੱਕ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ।